ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਤੇ ਅਹਿਮ ਖਬਰ। ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਕੱਲ ਪੰਜਾਬ ਦੀ ਸਿਆਸਤ ਦਾ ਵੱਡਾ ਦਿਨ ਜਿਹੜਾ ਉਹ ਸਾਬਤ ਹੋ ਸਕਦਾ ਹੈ, ਕਿਉਂਕਿ ਪਰਖ ਕੱਲ ਕਾਂਗਰਸੀਆਂ ਦੀ ਵੀ ਹੈ ਤੇ ਪਰਖ ਭਗਵੰਤ ਮਾਨ ਤੇ ਉਹਨਾਂ ਦੀ ਨਵਨਿਯੁਕਤ ਸਰਕਾਰ ਦੀ ਹੈ, ਕਿਉਂਕਿ ਵੱਡੇ ਵੱਡੇ ਦਾਅਵੇ ਕਰਕੇ ਸਰਕਾਰ ਜਿਹੜੀ ਉਹ ਸੱਤਾ ਦੇ ਵਿੱਚ ਆਈ ਹੈ। ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਜੇਲ੍ਹਾਂ ਦੇ ਵਿੱਚ ਭੇਜਣ ਦਾ ਵਾਅਦਾ ਕਰਕੇ ਜਿਹੜੀ ਸਰਕਾਰ ਆਈ ਹੈ, ਤਾਂ ਕੱਲ ਦੇਖਣਾ ਹੋਊਗਾ ਕਿ ਕੀ ਹੋਣ ਜਾ ਰਿਹਾ ਪੰਜਾਬ ਦੀ ਸਿਆਸਤ ਦੇ ਅੰਦਰ, ਕੀ ਕੁਝ ਹੋਏਗਾ। ਇਧਰੋਂ ਨਾਮਜ਼ਦ ਕੀਤਾ ਗਿਆ ਪਰਚੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ, ਤਾਂ ਉਧਰ ਕਾਂਗਰਸ ਦੇ ਵੱਲੋਂ ਜਿਹੜਾ ਚੈਲੰਜ ਕਰ ਦਿੱਤਾ ਗਿਆ ਕਿ ਤੁਸੀਂ ਭਾਰਤ ਭੂਸ਼ਣ ਆਸ਼ੂ ਨੂੰ ਕੀ ਫੜਨਾ ਹੈ, ਅਸੀਂ ਹੀ ਤੁਹਾਡੇ ਕੋਲ ਜਿਹੜਾ ਉਹ ਆਵਾਂਗੇ। ਤਾਂ ਕੱਲ 10 ਵਜੇ ਦਾ ਪ੍ਰੋਗਰਾਮ ਰੱਖਿਆ ਹੈ ਤੇ ਕਾਂਗਰਸ ਵੀ ਉਸ ਪ੍ਰੋਗਰਾਮ ਦੇ ਉੱਪਰ ਦੋ ਫਾੜ ਹੈ। ਬਹੁਤੇ ਲੀਡਰ ਆਸ਼ੂ ਦੇ ਹੱਕ ਦੇ ਵਿੱਚ ਖੜਨ ਨੂੰ ਤਿਆਰ ਨਹੀਂ ਨੇ ਤੇ ਬਹੁਤੇ ਲੀਡਰ ਜਿਹੜੇ ਆ ਉਹ ਆਸ਼ੂ ਦੇ ਨਾਲ ਜਾਣ ਨੂੰ ਤਿਆਰ ਇਸ ਲਈ ਹੈ ਕਿਉਂਕਿ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਅੱਜ ਆਸ਼ੂ ਮੁਸੀਬਤ 'ਚ ਹੈ, ਕੱਲ ਅਸੀਂ ਵੀ ਮੁਸੀਬਤ ਦੇ ਵਿੱਚ ਇਸੇ ਤਰੀਕੇ ਨਾਲ ਕਰ ਸਕਦੇ ਹਾਂ, ਫਿਰ ਸਾਡੇ ਮਗਰ ਖੜੂ ਕੌਣ। ਤਾਂ ਦੂਜੇ ਪਾਸੇ ਜੇ ਆਸ਼ੂ ਕੱਲ ਜਾਂਦੇ ਨੇ ਕਿ ਉਹਨਾਂ ਦੀ ਗ੍ਰਿਫਤਾਰੀ ਹੋਊਗੀ ਜਾਂ ਨਹੀਂ ਹੋਊਗੀ, ਜੇ ਨਹੀਂ ਹੁੰਦੀ ਤਾਂ ਸਰਕਾਰ ਨੂੰ ਕਿੰਨਾ ਕੁ ਨੁਕਸਾਨ, ਆਸ਼ੂ ਤੇ ਕਾਂਗਰਸ ਨੂੰ ਕਿੰਨਾ ਫਾਇਦਾ, ਜੇ ਹੋ ਗਈ ਤਾਂ ਕਾਂਗਰਸ ਨੂੰ ਕਿੰਨਾ ਨੁਕਸਾਨ ਤੇ ਸਰਕਾਰ ਨੂੰ ਕਿੰਨਾ ਫਾਇਦਾ। ਇਸ ਤੇ ਜਿਹੜੀ ਹੈ ਇਹ ਤੇ ਜਿਹੜੀ ਸਥਿਤੀ ਬਣੀ ਹੋਈ ਹੈ ਕਾਂਗਰਸੀਆਂ ਅਤੇ ਭਗਵੰਤ ਮਾਨ ਦੇ ਵਾਸਤੇ ਸੱਪ ਦੇ ਮੂੰਹ ਦੇ ਵਿੱਚ ਕੋੜ ਕਰਲੀ ਵਾਲੀ ਜਿਹੜੀ ਸਥਿਤੀ ਬਣੀ ਹੋਈ ਹੈ ਇਸ ਵਕਤ। ਕੱਲ ਪੰਜਾਬ ਦੀ ਸਿਆਸਤ ਦੇ ਅੰਦਰ ਕੀ ਹੋਣ ਜਾ ਰਿਹਾ, ਇਸ ਪੂਰੀ ਖਬਰ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੇਖੋਂ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਧੰਨਵਾਦ ਸੁਖਵਿੰਦਰ ਜੀ, ਬਹੁਤ ਬਹੁਤ ਤੁਹਾਡਾ। ਸਰ, ਕੱਲ ਜਿਹੜੀ ਸਥਿਤੀ ਬਣਨ ਜਾ ਰਹੀ ਹੈ ਸੱਪ ਦੇ ਮੂੰਹ ਦੇ ਵਿੱਚ ਕੋੜ ਕਰਨੀ ਵਾਲੀ ਸਥਿਤੀ ਹੈ, ਸਰਕਾਰ ਦੇ ਲਈ ਵੀ, ਵਿਜੀਲੈਂਸ ਦੇ ਲਈ ਵੀ, ਉਧਰ ਕਾਂਗਰਸੀਆਂ ਦੇ ਲਈ ਵੀ। ਕਾਂਗਰਸ ਨੂੰ ਤਾਂ ਪਹਿਲਾਂ ਝਟਕਾ ਲੱਗ ਚੁੱਕਿਆ ਹੈ। ਬੇਸ਼ੱਕ ਕੱਲ ਸਾਰੇ ਲੀਡਰ ਜਾਣ, ਪਰ ਅੰਦਰ ਖਾਤੇ ਬਹੁਤੇ ਲੀਡਰ ਆਸ਼ੂ ਦੇ ਮਗਰ ਕਹਿੰਦੇ ਖੜਨ ਦੇ ਲਈ ਖੁਸ਼ ਨਹੀਂ। ਆਸ਼ੂ ਦੇ ਹੱਕ ਦੇ ਵਿੱਚ ਖੜਨ ਨੂੰ ਲੈ ਕੇ ਕੁਝ ਲੀਡਰ ਜਿਹੜੇ ਆ, ਹਾਲਾਂਕਿ ਆਪਾਂ ਨਾਮ ਨਹੀਂ ਲਵਾਂਗੇ, ਸੂਤਰਾਂ ਦੇ ਆਧਾਰ ਤੋਂ ਜਿਹੜੀ ਇਹ ਖਬਰ ਸਾਡੇ ਤੱਕ ਪਹੁੰਚੀ ਹੈ, ਤਾਂ ਆਸ਼ੂ ਦੇ ਮਾਮਲੇ ਤੇ ਦੋ ਫਾੜ ਹੈ, ਉਹ ਅਸੀਂ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਵੀ ਦੱਸ ਚੁੱਕੇ ਹਾਂ। ਤਾਂ ਹੁਣ ਸਥਿਤੀ ਜਿਹੜੀ ਕੱਲ ਨੂੰ ਕੀ ਹੋਣ ਜਾ ਰਹੀ ਹੈ, ਕੀ ਲੱਗਦਾ ਹੈ ਕਿ ਕੱਲ ਨੂੰ ਆਸ਼ੂ ਦੀ ਗ੍ਰਿਫਤਾਰੀ ਹੋ ਜਾਊਗੀ? ਕਿਉਂਕਿ ਜਦੋਂ ਪਰਚਾ ਹੀ ਹੋ ਗਿਆ, ਪਰਚੇ ਦੇ ਵਿੱਚ ਨਾਮਜ਼ਦਗੀ ਕਰ ਲਿਆ, ਤਾਂ ਲੱਗਦਾ ਹੈ ਕਿ ਕੱਲ ਗ੍ਰਿਫਤਾਰੀ ਵਿਜੀਲੈਂਸ ਜਿਹੜੀ ਆ ਉਹ ਕਰ ਲਊਗੀ। ਤਾਂ ਕੀ ਲੱਗਦਾ ਹੈ ਕਿ ਕਾਂਗਰਸ ਜਿਹੜੀ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੇਊਗੀ? ਕੀ ਸਥਿਤੀ ਕੱਲ ਬਣ ਜਾ ਰਹੀ ਹੈ? ਸੁਖਵਿੰਦਰ, ਇੱਕ ਕਹਾਵਤ ਹੈ ਕਿ ਰੱਸੀ ਸੜ ਗਈ ਤੇ ਵੱਟ ਨਹੀਂ ਨਿਕਲੇ, ਉਹ ਗੱਲ ਹੁਣ ਕਾਂਗਰਸ ਵਾਲਿਆਂ ਦੀ ਹੋਈ ਪਈ ਹੈ। ਉਹ ਤਾਂ ਸ਼ਰੇਆਮ ਬਦਮਾਸ਼ੀ ਹੋ ਗਈ ਨਾ, ਜਿਹੜੀ ਕਿਸ ਤਰ੍ਹਾਂ ਦੀ ਉਹ ਗੱਲਬਾਤ ਰਾਜਾ ਵੜਿੰਗ ਕਰ ਰਿਹਾ ਇਸ ਟਾਈਮ, ਵੀ ਅਸੀਂ ਵਿਜੀਲੈਂਸ ਦੇ ਜਿਹੜੇ ਹੈਗੇ ਦਫ਼ਤਰ ਨੂੰ ਘੇਰ ਲਾਂਗੇ ਜਾਂ ਇਕੱਠੇ ਹੋ ਕੇ ਜਾਵਾਂਗੇ, ਆਸ਼ੂ ਨੂੰ ਨਾਲ ਲੈ ਕੇ ਜਾਵਾਂਗੇ। ਇਹ ਕੋਈ ਕਾਨੂੰਨ ਕਿੱਥੇ ਹੈ? ਸਮਝ ਤੋਂ ਬਾਹਰ ਦੀ ਗੱਲ ਹੈ। ਜਿਸ ਤਰ੍ਹਾਂ ਦੇ ਐਟੀਟਿਊਡ ਇਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਵਿਖਾ ਰਹੀਆਂ, ਸ਼ਰੇਆਮ ਗੁੰਡਾਗਰਦੀ ਵਾਲੇ, ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹ ਸਾਰੇ ਦੇ ਸਾਰੇ ਕਰਪਟ ਜਿਹੜਾ ਸੀ ਸਰਕਾਰ ਸੀ 5 ਸਾਲਾਂ ਦੀ ਪਿਛਲੀ। ਵੈਸੇ ਤਾਂ ਅਕਾਲੀਆਂ ਦੀ ਵੀ ਸੀ, ਪਰ ਆਪਾਂ ਰੀਸੈਂਟਲੀ ਗੱਲ ਇਹਨਾਂ ਤੇ ਕਰ ਰਹੇ ਹਾਂ ਕਿਉਂਕਿ ਪਹਿਲੀ ਗਾਜ ਇਹਨਾਂ ਦੀ ਡਿੱਗੀ ਹੈ। ਕੋਈ ਇਹਨਾਂ ਦਾ ਮੰਤਰੀ ਨਹੀਂ ਬਚਿਆ। ਇਹ ਆਪ ਰਾਜਾ ਵੜਿੰਗ ਜਿਹੜਾ ਹੈਗਾ, ਜਿਹੜੀ ਰਾਜਸਥਾਨ ਚੋਂ ਬੱਸਾਂ ਨੂੰ ਬਾਡੀਆਂ ਲਵਾਈਆਂ, ਉਸ ਕਰਪਸ਼ਨ ਚ ਕਰਿਆ ਹੋਇਆ ਹੈ। ਬੇਸਿਕ ਕਰੈਕਟਰ ਇਹਦਾ ਇਹ ਹੈ ਕਿ ਦਰਜੀਆਂ ਦੇ ਪੈਸੇ ਨਹੀਂ ਦੇਣ ਜੋਗਾ ਇਹ। ਤਾਂ ਇਹ ਜਿਹੇ ਬੰਦੇ ਜਿਹੜੇ ਹੈਗੇ ਆ, ਇਹ ਆ ਕੇ ਅੱਜ ਬਦਮਾਸ਼ੀ ਵੀ ਵਿਖਾ ਰਹੇ। ਵੈਸੇ ਤਾਂ ਭਗਵੰਤ ਮਾਨ ਸਰਕਾਰ ਦੀ ਮਤਲਬ ਕੀ ਹੈ ਕਿ ਇਹੋ ਜਿਹੇ ਬੰਦਿਆਂ ਦੇ ਇਹੋ ਜਿਹੇ ਬਿਆਨ ਜਿਹੜੇ ਹੈਗੇ ਨਾ, ਤੇ ਵੀ ਕੋਈ ਕਾਨੂੰਨੀ ਕਾਰਵਾਈ ਕਰਨੀ ਬਣਦੀ। ਵਿਜੀਲੈਂਸ ਕੇਸ ਦੀ ਤਫਤੀਸ਼ ਕਰ ਰਹੀ ਹੈ, ਉਹਦੇ ਵਿੱਚ ਨਾਮਜ਼ਦ ਆਸ਼ੂ ਨੂੰ ਕਰ ਲਿਆ, ਇਹ ਸਾਰੇ ਲੋਕ ਜਾਣਦੇ ਆ। ਅਰੈਸਟ ਉਹਦੀ ਹੋਣੀ ਹੈ। ਇੰਨੀਆਂ ਕੰਪਲੇਂਟਸ ਉਸ ਤੇ ਹੋਰ ਆ ਰਹੀਆਂ। ਮੈਂ ਤਾਂ ਕਹਿੰਦਾ ਕਿ ਇਹਦੇ ਚ ਅਜੇ ਕੋਈ ਜਲਦੀ ਕਰਨ ਦੀ ਵਿਜੀਲੈਂਸ ਨੂੰ ਵੀ ਲੋੜ ਨਹੀਂ। ਜੇ ਮੇਰੀ ਕੋਈ ਸਲਾਹ ਕਰੇ ਮੰਨੇ ਤਾਂ ਮੈਂ ਇਹ ਦੱਸਣਾ ਚਾਹਾਂਗਾ, ਕਾਹਦੀ ਜਲਦੀ ਹੈ ਆਸ਼ੂ ਨੂੰ ਗ੍ਰਿਫਤਾਰ ਕਰਨ ਦੀ? ਐਵੀਡੈਂਸ ਆ ਰਹੀ ਹੈ, ਇੰਨੇ ਲੋਕ ਹੋਰ ਕੰਪਲੇਂਟਸ ਲੈ ਕੇ ਆ ਰਹੇ ਹੈ, ਇੰਨਾ ਕੁਛ ਉਹਦੇ ਖਿਲਾਫ ਹੈ, 4 ਮਰਡਰ ਤੇ। ਪਰ ਕਾਲੀ ਤਾਂ ਸਿੱਖੋ ਸਾਹਿਬ ਆਸ਼ੂ, ਭਾਰਤ ਭੂਸ਼ਣ ਆਸ਼ੂ ਨੂੰ ਲੱਗ ਰਹੀ ਹੈ ਕਾਲੀ, ਤਾਂ ਕਿਉਂਕਿ ਹਲੇ ਤਾਂ ਚਰਚਾ ਵੀ ਨਹੀਂ ਹੋਈ ਸੀ ਆਸ਼ੂ ਦੀ, ਤੇ ਆਸ਼ੂ ਪਹਿਲਾਂ ਹੀ ਜਾ ਕੇ ਹਾਈ ਕੋਰਟ ਪਹੁੰਚ ਗਏ ਸੀ ਕਿ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਉਦੋਂ ਤਾਂ ਹਲੇ ਬਹੁਤੀ ਚਰਚਾ ਵੀ ਨਹੀਂ ਹੋਈ ਸੀ, ਤੇ ਹਲੇ ਵਿਜੀਲੈਂਸ ਫੜਨ ਦੇ ਲਈ ਛਾਪੇਮਾਰੀ ਵੀ ਨਹੀਂ ਕਰ ਰਹੀ, ਤੇ ਉਹ ਆਪ ਹੀ ਗ੍ਰਿਫਤਾਰੀਆਂ ਦੇਣ ਚਲੇ ਗਏ। ਕਾਲੀ ਤਾਂ ਮੈਨੂੰ ਭਾਰਤ ਭੂਸ਼ਣ ਆਸ਼ੂ ਤੇ ਕਾਂਗਰਸੀਆਂ ਨੂੰ ਲੱਗ ਰਹੀ ਹੈ। ਮੈਂ ਦੱਸ ਰਿਹਾ ਤੁਹਾਨੂੰ, ਇਹੀ ਗੱਲ ਹੈ ਨਾ, ਕਾਲੀ ਇਸ ਕਰਕੇ ਵੀ ਲੱਗ ਰਹੀ ਹੈ ਕਿ ਇੱਕ ਤਾਂ ਜਿਹੜਾ ਹੈਗਾ ਖਰਚਾ ਜਿਹੜਾ ਹੈਗਾ ਆਸ਼ੂ ਨੂੰ ਬਹੁਤ ਜਿਹੜਾ ਮਹਿੰਗਾ ਜਿਹੜੀ ਲਿਸਟ ਦਿੱਤੀ ਗਈ ਹੈ, ਜਿਹੜੀ ਮੈਂ ਪਿੱਛੇ ਵੀ ਜ਼ਿਕਰ ਕਰਦਾ ਹੁੰਦਾ ਕਿ ਬਹੁਤ ਵੱਡੀ, ਸ਼ਾਇਦ ਕੋਈ 1.5 ਲੱਖ ਕਰੋੜ ਤੱਕ ਦੀ ਆਵਾਜ਼ ਆਈ ਸੀਗੀ ਜਮ੍ਹਾਂ ਕਰਾਉਣ ਵਾਸਤੇ। ਜਿਹੜੀ ਸਿਕਿਉਰਿਟੀ ਹੁੰਦੀ ਉਹ ਦਿੱਤੀ ਗਈ ਸੀ, ਤੇ ਏਡੇ ਵੱਡੇ ਫੰਡ ਜਿਹੜੇ ਹੁੰਦੇ ਆ, ਜਦੋਂ ਸਮਾਂ ਆਉਂਦਾ ਨਾ ਇਕੱਠੇ ਕਰਨ ਦਾ, ਉਦੋਂ ਇਕੱਠੇ ਨਹੀਂ ਹੁੰਦੇ। ਡਾਕੇ ਮਾਰ ਜਦੋਂ ਅਸੀਂ ਵਿਰਲਾਂ ਦੇ ਵਿੱਚ ਸਿੱਟੀ ਜਾਂਦੇ ਹਾਂ, ਉਹ ਪੈਸਾ ਜਿਹੜਾ ਹੁੰਦਾ ਉਹ ਵੜੀ ਜਾਂਦਾ, ਜੋ ਕੱਢਣਾ ਹੁੰਦਾ ਉਦੋਂ ਬਹੁਤ ਔਖਾ ਟਾਈਮ ਹੁੰਦਾ।
ਤੋ ਖਾਤੇ ਤਾਂ ਬਹੁਤ ਵੱਡਾ ਬੋਲਦਾ ਹੈ, ਭਰਨਾ ਔਖਾ ਹੋਇਆ ਪਿਆ ਤੇ ਜੇਲ੍ਹ ਜਿਹੜੀ ਜਾਣੀ ਅੱਜ ਦੀ ਡੇਟ ਵਿੱਚ ਸ਼ਾਇਦ ਸੌਖੀ ਲੱਗਦੀ ਹੋਵੇ। ਤਾਂ ਮੈਂ ਤਾਂ ਆਪਣੀ ਗੱਲ ਕਰ ਰਿਹਾ ਸੀ ਕਿ ਵਿਜੀਲੈਂਸ ਨੂੰ ਵੀ ਕੋਈ ਜਲਦੀ ਨਹੀਂ, ਕਿਉਂਕਿ ਬਹੁਤ ਜ਼ਿਆਦਾ ਇਹਦੇ ਖਿਲਾਫ ਸਬੂਤ ਹੈ, ਬਹੁਤ ਜ਼ਿਆਦਾ। ਮੈਂ ਤਾਂ ਇੱਕ ਸੁਣਨ ਚ ਆਇਆ ਕਿ ਪਿੱਛੇ ਕੋਈ ਕਿਸੇ ਇਸ ਤੋਂ ਸਤਾਏ ਹੋਏ ਬੰਦੇ ਨੇ ਕਿਤੇ ਸੁਸਾਈਡ ਕੀਤਾ ਹੋਇਆ ਹੈ, ਉਹਦੀ ਸਰਚ ਵੀ ਜਿਹੜੀ ਹੈਗੀ ਉਹਦੇ ਤੇ ਚੱਲ ਰਹੀ ਹੈ ਵੀ ਉਹ ਕਿਹੜਾ ਸੀਗਾ, ਮਹਿਕਮੇ ਦਾ ਸੀਗਾ ਜਾਂ ਕੋਈ ਆਮ ਸਧਾਰਨ ਸੀ, ਕੋਈ ਸ਼ੈਲਰ ਵਾਲਾ ਸੀ, ਉਹਦੇ ਤੇ ਵੀ ਗੱਲਬਾਤ ਚੱਲਦੀ ਹੈ। ਹੋਰ ਬਹੁਤ ਜਿਹੜੀਆਂ ਇੱਕ ਇੱਥੇ ਕਿਪਸ ਮਾਰਕੀਟ ਦੇ ਸਕੂਲ ਹੈ, 2-2.5 ਹਜ਼ਾਰ ਕਰੋੜ ਦਾ ਇਕੱਲਾ ਇੱਕ ਘਟਾਲਾ ਉਹਦੇ ਵਿੱਚ ਹੈਗਾ, ਉਹਦੇ ਸਾਰੇ ਸਬੂਤ ਸਾਹਮਣੇ ਆ ਗਏ। ਉਹਦੇ ਚ ਇਹਨਾਂ ਦਾ ਪਰਿਵਾਰ, ਇਹਦੀ ਵਾਈਫ, ਇਹਦਾ ਭਰਾ ਸਮੇਤ ਇਹਦੇ ਜਿਹੜੇ ਹੈਗੇ ਆ ਉਸ ਟਰਸਟ ਦੇ ਮੈਂਬਰ ਹੈਗੇ ਆ। ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰਕੇ ਹਟਿਆ ਵੀ ਜਿੰਨਾ ਵੱਡਾ ਬਸਤਾ ਭਾਰੀ ਮੈਂ ਕਤਲਾਂ ਤੇ ਬੰਬ ਧਮਾਕਿਆਂ ਦਾ ਲੈ ਕੇ ਬੈਠਾ, ਉਹ ਵੱਖਰਾ ਹੈ। ਤਾਂ ਇਹਦੇ ਵਿੱਚ ਜਲਦੀ ਗ੍ਰਿਫਤਾਰੀ ਦਾ ਜਿਹੜਾ ਰੀਜ਼ਨ ਇਹੀ ਹੋਊਗਾ ਕਿ ਜਿਹੜੀਆਂ ਉਹਦੀਆਂ ਸ਼ਰਤਾਂ ਪੈਸੇ ਦੇਣ ਦੀਆਂ ਜਾਂ ਜਿਹੜੀ ਸਰਕਾਰ ਵੱਲੋਂ ਸਮਾਂ ਲੈਣ ਦੀਆਂ, ਕਿਉਂਕਿ ਹਾਈ ਕੋਰਟ ਨੇ ਤਾਂ ਉਸ ਟਾਈਮ ਖੁਸ਼ਕਿਸਮਤੀ ਨਾਲ ਆਮ ਤੌਰ ਤੇ ਹਾਈ ਕੋਰਟਾਂ ਦੇ ਦਿੰਦੀਆਂ, ਕਿਉਂਕਿ ਹਾਈ ਕੋਰਟ ਨੂੰ ਇਹਨੇ ਬਹੁਤ ਮੰਦਾ ਚੰਗਾ ਬੋਲਿਆ ਹੋਇਆ ਹੈ, ਇਸ ਕਰਕੇ ਸ਼ਾਇਦ ਅੱਜ ਉਹ ਇਹਦੇ ਕੀਤੀ ਸਾਹਮਣੇ ਆ ਰਹੀ ਹੈ। ਇਸ ਕਰਕੇ ਹੁਣ ਸਰਕਾਰ ਦਾ ਹੀ ਆਸਰਾ ਰਹਿ ਗਿਆ ਇਕੱਲਾ। ਸਰਕਾਰ ਜਿਹੜੀ ਦੇ ਕੇ ਸ਼ਰੇਆਮ ਲੈਂਦੀ ਹੈ, ਬਾਕੀ ਕੋਰਟਾਂ ਗਾਰਡਾਂ ਨੂੰ ਹੋਰ ਤਰੀਕੇ ਨਾਲ ਖਰੀਦਦੇ ਹੈ। ਇਸ ਕਰਕੇ ਜਿਹੜੀ ਸਥਿਤੀ ਹੈ ਬੜੀ ਮਤਲਬ ਅਜੀਬ ਬਣੀ ਹੋਈ ਹੈ। ਬਣ ਜਾ ਰਹੀ ਹੈ ਇਹ ਦੇਖਣਾ ਚਾਹੁੰਦਾ ਤੁਸੀਂ ਅਫਸਰ ਪੁਲਿਸ ਅਫਸਰ ਰਹੇ ਹੋ, ਕੱਲ ਦੀ ਜਿਹੜੀ ਸਥਿਤੀ ਉਹ ਕੀ ਬਣ ਜਾ ਰਹੀ ਹੈ, ਇਹ ਥੋੜੀ ਜਿਹੀ ਸਮਝਾਓ। ਕੀ ਲੱਗਦਾ ਹੈ ਕਿ ਆਸ਼ੂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ? ਲੱਗਦਾ ਕਿ ਆਸ਼ੂ ਨੂੰ ਗ੍ਰਿਫਤਾਰ ਆਸਾਨੀ ਦੇ ਨਾਲ ਕੀਤਾ ਜਾ ਸਕਦਾ ਹੈ? ਗ੍ਰਿਫਤਾਰ ਕਰਨ ਵਾਸਤੇ ਕਿਹੜਾ ਕੋਈ ਪਹਿਲਾਂ ਕਸਰਤ ਕਰਨੀ ਪੈਣੀ ਹੈ, ਜੇ ਡੰਡ ਬੈਠਕਾਂ ਮਾਰਨੀਆਂ ਪੈਣੀਆਂ, 2 ਕਾਗਜ਼ੀ ਭਰਨੇ ਆ, ਆਸਾਨੀ ਨਾਲ ਤੇ ਡਿਫਿਕਲਟੀ ਨਾਲ ਕੀ ਹੈ। ਐਪਲੀਕੇਸ਼ਨ ਜਿਹੜੀਆਂ ਨਾਮ ਲਸ਼ਕਰ ਜਿਹੜਾ ਉੱਥੇ ਜਾ ਰਿਹਾ ਸੇਖੋਂ ਸਾਹਿਬ, ਉਹ ਆਪਣੇ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਮੈਂ ਉਹਦੀ ਗੱਲ ਕਰ ਮੈਂ ਦੱਸ ਰਿਹਾ ਨਾ, ਤੁਸੀਂ ਮਤਲਬ ਗੱਲ ਸੁਣੋ ਵੀ ਨਾ, ਵੀ ਉਹ ਜਿਹੜਾ ਹੈਗਾ ਉਹਦੇ ਤੇ ਨਾਮਜ਼ਦ ਉਹਨੂੰ ਕਰ ਲਿੱਤਾ ਗਿਆ, ਅਰੈਸਟ ਉਹਦੀ ਜਿਹੜੀ ਹੈਗੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਹੈਗਾ। ਤਾਂ ਇਹ ਮਤਲਬ ਮੈਂ ਤਾਂ ਇਹ ਕਹਿਣ ਦਾ ਇਹ ਪਰਪਸ ਸੀ ਕਿ ਅੱਜ ਇਹਨਾਂ ਨੂੰ ਜੇ ਕਾਹਲੀ ਪਈ ਹੈ ਤਾਂ ਇਹਦੇ ਵਿੱਚ ਉਹਦੀ ਤਰੀਕਾ ਕੀ ਹੋਇਆ, ਇਹ ਮਤਲਬ ਕਿਸ ਤਰੀਕੇ ਨਾਲ ਗੁੰਡਾਗਰਦੀ ਕਰ ਰਿਹਾ ਹੈ। ਰਾਜਾ ਵੜਿੰਗ ਜਿਹੜਾ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਕਿ ਸਾਰੇ ਇਕੱਠੇ ਹੋ ਜਾਣਗੇ, ਇਹ ਵੀ ਆਪਣੀ ਜਾਣਕਾਰੀ ਤੁਹਾਡੀ ਚ ਵੀ ਆ ਚੁੱਕਿਆ ਹੈ ਕਿ ਇਹ ਇਕੱਲਾ ਨਹੀਂ ਫਸਦਾ, ਇਹ ਵੀ ਫਸਣਗੇ, ਇਹਦੇ ਨਾਲ ਐਮਐਲਏ ਵੀ ਫਸਣਗੇ, ਵੀ ਪੂਰੀ ਫੌਜ ਜਿਹੜੀ ਜਾਣ ਦੀ ਤਿਆਰੀ ਹੈ। ਤਾਂ ਇਹ ਕਰਦੇ ਤਾਂ ਜਿਹੜੇ ਹੈਗੇ ਪ੍ਰੀਕਾਸ਼ਨਸ ਲੈ ਰਹੇ ਹੈ, ਜਿਹੜੇ ਮੈਥਡ ਇਹਨਾਂ ਦੇ, ਪਰ ਇਹ ਹੈ ਗੁੰਡਾਗਰਦੀ ਨਾਲ ਭਰੇ ਹੋਏ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਪੋਰ ਜਿਹੜਾ ਹੈਗਾ ਕਰਪਸ਼ਨ ਨਾਲ ਭਰਿਆ ਹੋਇਆ ਹੈ, ਉਹਦੇ ਵਿੱਚ ਜਿਹੜੀ ਆਸਾਨੀ ਜਾਂ ਡਿਫਿਕਲਟੀ ਨਾਲ ਤਾਂ ਗੱਲ ਹੀ ਕੋਈ ਨਹੀਂ। ਚੰਗੀ ਗੱਲ ਹੈ, ਦੇਖੋ ਮਾਨ ਸਰਕਾਰ ਬਾਰੇ ਬੜੀ ਅਸੀਂ ਕੰਡੈਮ ਕਰਦੇ ਰਹਿੰਦੇ ਹਾਂ, ਬਾਕੀ ਦੇ ਕੰਮ ਸਾਰੇ ਇਹਨਾਂ ਦੇ ਜੇ ਹੈਗੇ ਆਪਣੇ ਸਾਹਮਣੇ, ਪਰ ਜਿਹੜਾ ਕੋਈ ਚੰਗਾ ਕੰਮ ਕਰਦੇ ਤਾਂ ਚੰਗਾ ਵੀ ਕਹਿਣਾ ਪਊਗਾ। ਤਾਂ ਜੋ ਇਹ ਜਿਹੜਾ ਮੰਤਰੀਆਂ ਨੂੰ ਇਹਨਾਂ ਨੂੰ ਨਿਚੋੜਨ ਦਾ ਇਹਨਾਂ ਨੇ ਠੇਕਾ ਲਿਆ ਹੋਇਆ, ਜਾਂ ਚੰਗੀ ਮਸ਼ੀਨ ਜਿਹੜੀ ਘਲਾੜੀ ਜਿਹੜੀ ਹੋਈ ਇਹਦੇ ਵਿੱਚ ਪਾ ਕੇ ਇਹਨਾਂ ਦਾ ਜਿਹੜਾ ਗੰਦਾ ਖੂਨ ਇਹਨਾਂ ਜਿਹੜਾ ਮਤਲਬ ਖਾ ਕੇ ਪੰਜਾਬ ਦੇ ਲੋਕਾਂ ਨੂੰ ਭਰਿਆ ਹੋਇਆ, ਜਿਹੜਾ ਲੋਕਾਂ ਦਾ ਨਿਚੋੜਨ ਦਾ ਕੰਮ ਜਿਹੜਾ ਸ਼ੁਰੂ ਕੀਤਾ ਹੋਇਆ, ਉਹਦੇ ਵਾਸਤੇ ਭਗਵੰਤ ਮਾਨ ਸਰਕਾਰ ਦੀ ਸ਼ਲਾਘਾ ਹੈ। ਭਾਵੇਂ ਕਿ ਉਹ ਭਗਵੰਤ ਮਾਨ ਦਾ ਫੈਸਲਾ ਹੈ ਜਾਂ ਕੇਜਰੀਵਾਲ ਦਾ ਜਾਂ ਰਾਘਵ ਚੱਡੇ ਦਾ, ਇਹ ਤਾਂ ਬਾਅਦ ਨਿਕਲ ਆਈਆਂ, ਪਰ ਲੋਕ ਹਿੱਤ ਵਿੱਚ ਇਸ ਕਰਕੇ ਹੈਗਾ ਕਿ ਇਹਨਾਂ ਜੋਕਾਂ ਵਿੱਚ ਜਿਹੜਾ ਖੂਨ ਕੱਢਣਾ ਜਿਹੜਾ ਬਹੁਤ ਜ਼ਰੂਰੀ ਸੀ। ਚਾਹੀਦਾ ਤਾਂ ਸੀ ਕਿ ਉਹ ਖੂਨ ਪੰਜਾਬ ਦੀ ਭਲਾਈ ਲਈ ਜਿਹੜਾ ਹੈਗਾ ਦੁਬਾਰਾ ਵਰਤਿਆ ਜਾਂਦਾ, ਕਿਉਂਕਿ ਸਾਡਾ ਇਹ ਜੁੜਿਆ ਹੋਇਆ ਖੂਨ ਹੈ। ਇੱਕ ਵਾਰੀ ਆਪ ਵਾਲਿਆਂ ਦੇ ਜੀ ਸਿੱਖ ਦਾ ਮਾਫ ਕਰਨਾ, ਮੈਂ ਤੁਹਾਨੂੰ ਟੋਕ ਰਿਹਾ, ਮੈਂ ਫੇਰ ਉੱਥੇ ਹੀ ਆਉਣ ਲੱਗਿਆ, ਕੱਲ ਦੀ ਸਥਿਤੀ ਤੇ ਹੀ ਫੇਰ ਮੈਂ ਆਉਣ ਲੱਗਿਆ। ਕੱਲ ਦੀ ਸਥਿਤੀ ਇਹੀ ਹੈ ਕਿ ਕੱਲ ਆਸ਼ੂ ਨੂੰ ਉੱਥੇ ਬਿਠਾ ਲਿਆ ਜਾਊਗਾ, ਰੱਖ ਲਿਆ ਜਾਊਗਾ, ਜਾਂ ਫਿਰ ਕੋਈ ਨਾ ਕੋਈ ਢਕਵੰਜ ਇਹਨਾਂ ਦੇ ਵੱਲੋਂ ਕਰ ਲਿਆ ਜਾਊਗਾ, ਜਾਂ ਫਿਰ ਕਿਸੇ ਰਾਹਤ ਸਰਕਾਰ ਦੇ ਵੱਲੋਂ ਜਾਂ ਵਿਜੀਲੈਂਸ ਦੇ ਵੱਲੋਂ ਦੇ ਦਿੱਤੀ ਜਾਊਗੀ, ਜਾਂ ਕਿਸੇ ਤਿਆਰੀ ਦੇ ਨਾਲ ਚੱਲੇ ਹੋਣਗੇ ਕਾਂਗਰਸੀ। ਕਿਉਂਕਿ ਤੁਸੀਂ ਇਸ ਫੋਰਸ ਦੇ ਅਫਸਰ ਰਹੇ ਹੋ, ਤੁਸੀਂ ਚੰਗੇ ਤਰੀਕੇ ਦੇ ਨਾਲ ਸਮਝਦੇ ਹੋ, ਇਹਨਾਂ ਲੀਡਰਾਂ ਦੇ ਤੁਸੀਂ ਢਕਵੰਜ ਵੀ ਸਮਝਦੇ ਹੋ। ਮੈਂ ਤਾਂ ਇਸ ਤਰੀਕੇ ਨਾਲ ਤੁਹਾਡੇ ਤੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਕੱਲ ਨੂੰ ਇਹਨੂੰ ਰੱਖ ਲਿਆ ਜਾਊਗਾ, ਕੋਈ ਇਹਨਾਂ ਦੇ ਵੱਲੋਂ ਢਕਵੰਜ ਵਰਤ ਲਿਆ ਜਾਊਗਾ, ਸਰਕਾਰ ਜਾਂ ਵਿਜੀਲੈਂਸ ਦੇ ਵੱਲੋਂ ਕੋਈ ਰਿਲੀਫ ਅੰਦਰ ਖਾਤੇ ਦੇ ਦਿੱਤੀ ਜਾ ਸਕਦੀ ਹੈ, ਜਾਂ ਕੀ ਕੁਝ ਹੋ ਸਕਦਾ ਹੈ? ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਪਹਿਲੀ ਗੱਲ ਤਾਂ ਮੈਨੂੰ ਇਹਨਾਂ ਦੇ ਕੱਲ ਉੱਥੇ ਜਾਣ ਤੇ ਹੀ ਪੂਰਾ ਸ਼ੰਕਾ ਹੈ ਕਿ ਇਹ ਉੱਥੇ ਜਾਊਗਾ ਕਿ ਨਹੀਂ ਜਾਊਗਾ, ਕਿਉਂਕਿ ਤੁਸੀਂ ਆਪ ਦੱਸ ਕੇ ਹਟੇ ਹੋ, ਮੇਰੀ ਜਾਣਕਾਰੀ ਵੀ ਕਹਿੰਦੀ ਹੈ ਕਿ 2 ਫੜ ਹੋਏ ਹੈ ਇਸ ਮਾਮਲੇ ਤੇ ਵੀ ਇਹਦੇ ਮਗਰ ਕੋਈ ਪੈਰਵਾਈ ਕੀਤੀ ਜਾਵੇ ਕਿ ਨਾ ਕੀਤੀ ਜਾਏ। ਪੈਰਵਾਈ ਤਾਂ ਕਰਨੀ ਚਾਹੁੰਦੇ ਕਿ ਕੱਲ ਨੂੰ ਹੋਰਾਂ ਤੇ ਵੀ ਗਾਜ ਡਿੱਗਣੀ ਹੈ, ਵੀ ਇਕੱਠੇ ਹੋ ਜਾਣਗੇ, ਇਸ ਕਰਕੇ ਨਹੀਂ ਕਰਨੀ ਚਾਹੁੰਦੇ ਕਿਉਂਕਿ ਇਸ ਬੰਦੇ ਦੇ ਜ਼ੁਬਾਨ ਦੇ ਤੌਰ ਤੇ ਇਹਨੇ ਕਿਸੇ ਨਾਲ ਕੋਈ ਚੰਗਾ ਜਿਹੜਾ ਸਲੂਕ ਨਹੀਂ ਕੀਤਾ। ਜਿਹੜੀ ਲੁੱਟਮਾਰ ਕੀਤੀ ਹੈ ਉਹ ਸਭ ਤੋਂ ਜ਼ਿਆਦਾ ਵੱਡੀ ਕੀਤੀ ਹੋਈ ਹੈ। ਇਸ ਕਰਕੇ ਅੱਜ ਦੀ ਡੇਟ 'ਚ ਕੁਝ ਨਾਮ ਵੀ ਮੇਰੇ ਧਿਆਨ 'ਚ, ਪਰ ਮੈਂ ਹੁਣ ਡਿਸਕਲੋਜ਼ ਨਹੀਂ ਕਰੂੰਗਾ। ਜਿਹੜੇ ਕਾਂਗਰਸ ਦੇ ਕਾਫੀ ਲੋਕ ਜਿਹੜੇ ਹੈਗੇ ਉਹ ਚਾਹੁੰਦੇ ਕਿ ਇਹਦੇ ਨਾਲ ਨਾ ਖੜਿਆ ਜਾਵੇ, ਤੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹ ਨਾਲ ਖੜਦੇ, ਉਹ ਕਹਿੰਦੇ ਨਾ ਜਿਹੜੀ ਸੱਪ ਵਾਲੀ ਗੱਲ ਵੀ ਖਾਵੇ ਕੋੜੀ ਤੇ ਛੱਡੇ ਕਲੰਕੀ, ਇਹ ਪੋਜੀਸ਼ਨ ਹੋਈ ਆ। ਉਹਦਾ ਇਹਦੇ ਕੋਲ ਵੱਡਾ ਕਾਰਜਕਾਰੀ ਪ੍ਰਧਾਨ ਦਾ, ਜੇ ਭੱਜਦਾ ਤਾਂ ਕਾਂਗਰਸ ਦੀ ਬਦਨਾਮੀ ਹੈਗੀ ਹੈ। ਤਾਂ ਸਾਰਾ ਕੁਝ ਜਿਹੜਾ ਵਿਜੀਲੈਂਸ ਤੁਸੀਂ ਗੱਲ ਕਰਦੇ ਉਹਨਾਂ ਨੂੰ ਕੀ ਦਿੱਕਤ ਆ, ਉਹ ਤਾਂ ਅਰੈਸਟ ਕਰਨਗੇ, ਕੋਈ ਹੋਰ ਕੋਈ ਵੀ ਰੈਮੇਡੀ ਬਾਕੀ ਨਹੀਂ ਬਚੀ ਸਕਦਾ। ਜੇ
ਅਰੈਸਟ ਹੋਊਗਾ ਜਦੋਂ ਉਹਦੇ ਤੇ ਨਾਮਜ਼ਦ ਹੋ ਚੁੱਕਿਆ, ਉਹਦੇ 'ਚ ਇੱਕ ਅਰੈਸਟ ਤਾਂ ਉਹਦੀ ਪਊਗੀ। ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਹੋਰ ਪਰਚਿਆਂ ਦੇ ਵਿੱਚ, ਕਿੰਨੀਆਂ ਹੋਰ ਤਫਤੀਸ਼ਾਂ ਦੇ ਵਿੱਚ ਹੋਰ ਪਰਚੇ ਦਰਜ ਹੋਣਗੇ। ਤਾਂ ਮੈਂ ਤਾਂ ਸਗੋਂ ਸੋਚਦਾ ਕਿ ਜਿਹੜੀ ਇਹ ਅਰੈਸਟ ਹੈਗੀ ਇਹਨਾਂ ਨੂੰ ਹੋਰ ਥੋੜੀ ਡਿਲੇ ਕਰ ਲੈਣੀ ਚਾਹੀਦੀ ਹੈ। ਜੇ ਪੇਸ਼ ਹੁੰਦਾ ਫਿਰ ਤਾਂ ਅਰੈਸਟ ਕਰਨਾ ਹੀ ਪਊਗਾ, ਅਦਰਵਾਈਜ਼ ਇਹਨੂੰ ਕਦੀ ਕੋਈ ਕਾਹਲੀ ਹੋਣੀ ਚਾਹੀਦੀ। ਇਹਨੂੰ ਘਰੋਂ ਭੱਜਣ ਦੀ ਜਿਹੜੀ ਪੀੜਾ ਹੁੰਦੀ ਹੈ ਉਹ ਵੀ ਥੋੜੀ ਭੁਗਤ ਲੈਣੀ ਚਾਹੀਦੀ ਹੈ। ਮੈਂ ਤਾਂ ਚਾਹੁੰਦਾ ਕਿ 2-4 ਮਹੀਨੇ ਜਿਹੜਾ ਹੈਗਾ ਇਸ ਤਰੀਕੇ ਦੀ ਇਨਵੈਸਟੀਗੇਸ਼ਨ ਕਰਕੇ ਇਹਦੀਆਂ ਬਸਤੇ ਜਿਹੜੇ ਚੰਗੀ ਤਰ੍ਹਾਂ ਭਾਰੇ ਕਰ ਲਏ ਜਾਣ, ਤੇ ਮੇਰੇ ਵਾਲਾ ਬਸਤਾ ਵੀ ਨਾਲ ਜੋੜ ਲਿਆ ਜਾਵੇ, ਤਾਂ ਕਿ ਇਹਦੇ ਪਰਮਾਨੈਂਟ ਜਿਹੜੇ ਹੈਗੇ ਇਹ ਪੀਆਰ ਸਿੱਧਾ ਹੀ ਹੋ ਜੇ। ਜਿਵੇਂ ਬੈਂਸਾਂ ਨੂੰ ਤਾਂ ਪੀਆਰ ਮਿਲਣੀ ਹੈ ਜੇ ਜੇਲ੍ਹ ਦੇ ਵਿੱਚ ਜਾ ਕੇ, ਇਹਨੂੰ ਪਹਿਲਾਂ ਹੀ ਪੀਆਰ ਦੇ ਕੇ ਜਿਹੜਾ ਹੈਗਾ ਜੇਲ੍ਹ ਭੇਜਿਆ ਜਾਵੇ। ਮੈਂ ਤਾਂ ਇਹ ਬੇਨਤੀ ਕਰੂੰਗਾ ਆਪਣੀ ਭਗਵੰਤ ਮਾਨ ਸਰਕਾਰ ਨੂੰ, ਕਿਉਂਕਿ ਲੱਗੇ ਤਾਂ ਹੋਈ ਹੈ। ਸੋ ਵਿਜੀਲੈਂਸ ਨੂੰ ਕੋਈ ਦਿੱਕਤ ਨਹੀਂ ਹੈਗੀ, ਉਹ ਅੱਜ ਚਲੇ ਜਾਣਗੇ ਤਾਂ ਵੀ ਉਹਨਾਂ ਨੇ ਅਰੈਸਟ ਕਰ ਲੈਣਾ। ਰਿਲੀਫ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਦੇਣ ਵਿਜੀਲੈਂਸ ਕੋਲੇ। ਜੇ ਸਿੱਖੋ ਸਾਹਿਬ ਤੁਹਾਨੂੰ ਅਰੈਸਟ ਕਰ ਲਿਆ ਜਾਂਦਾ ਇਹਨਾਂ ਨੂੰ, ਜੇ ਅਰੈਸਟ ਇਹਨਾਂ ਨੂੰ ਕਰ ਲਿਆ ਜਾਂਦਾ, ਤਾਂ ਦੂਜੇ ਕਹਿੰਦੇ ਅਸੀਂ ਵੀ ਗ੍ਰਿਫਤਾਰੀਆਂ ਦੇਣੀਆਂ ਨੇ, ਕਿ ਵਿਜੀਲੈਂਸ ਫਿਰ ਇੱਕ ਦੇ ਨਾਲ ਇੱਕ ਫ੍ਰੀ ਵਾਲਾ ਜਾਂ ਇੱਕ ਦੇ ਨਾਲ ਕਈ ਫ੍ਰੀ ਵਾਲਾ ਸਿਸਟਮ ਵਰਤ ਸਕਦੀ ਹੈ, ਕਿਉਂਕਿ ਜਾਂਚਾਂ ਤਾਂ ਕਈਆਂ ਦੇ ਖਿਲਾਫ ਚੱਲ ਰਹੀਆਂ, ਤੁਹਾਨੂੰ ਪਤਾ ਹੀ ਹੈ ਅੰਦਰ ਖਾਤੇ। ਕੀ ਲੱਗਦਾ ਹੈ ਕਿ ਕੱਲ ਜਿਹੜੇ ਇਹ ਢਕਵੰਜ ਕਰਨ ਜਾ ਰਹੇ ਆ, ਕਿ ਪ੍ਰੈਸ਼ਰਾਈਜ਼ ਕਰ, ਦੇਖੋ ਚਾਹੁੰਦਾ ਤਾਂ ਕੋਈ ਨਹੀਂ ਗ੍ਰਿਫਤਾਰੀ ਦੇਣਾ, ਤੁਹਾਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਵੀ, ਔਰ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਆ, ਇਹ ਸਿਰਫ ਢਕਵੰਜ ਵਰਤਿਆ ਜਾ ਰਿਹਾ। ਤਾਂ ਕੀ ਲੱਗਦਾ ਹੈ ਕਿ ਆਸ਼ੂ ਨੂੰ ਗ੍ਰਿਫਤਾਰੀ ਤੋਂ ਬਾਅਦ ਇਹ ਸਾਰੇ ਗ੍ਰਿਫਤਾਰੀਆਂ ਦੇਣਗੇ ਜਾਂ ਫਿਰ ਪੂਛਾ ਚੱਕ ਕੇ ਭੱਜਣਗੇ? ਨਹੀਂ ਜੀ, ਦੋਨੋਂ ਗੱਲਾਂ ਹੈਗੀ ਨਾ। ਦੇਖੋ ਜਦੋਂ ਕਹਿੰਦੇ ਉਦੋਂ ਕਹਿੰਦਾ ਅੱਧਾ ਘੜਾ ਰੋੜ ਦੀ ਵਾਲੀ ਗੱਲ ਹੁੰਦੀ, ਜਦੋਂ ਸਾਰਾ ਡੋਲ ਦੱਸੇ ਉਹ ਪੋਜੀਸ਼ਨ ਵਿੱਚ ਆਏ ਹੋਏ ਆ। ਇਹ ਸਭ ਨੂੰ ਪਤਾ ਹੁਣ ਇਹਨਾਂ ਸਰਕਾਰ ਨਾਲ ਕੀ ਸੈਟਲਮੈਂਟ ਹੈ, ਆਪਸ ਕੀ ਗੱਲਬਾਤ ਹੈ ਇਹਦੇ ਬਾਰੇ, ਕਿਉਂਕਿ ਅਕਾਲੀ ਕਾਂਗਰਸੀ ਤਾਂ ਇਕੱਠੇ ਸੀ, ਸਾਰੀ ਦੁਨੀਆ ਨੂੰ ਪਤਾ ਹੈ। ਇਹਨਾਂ ਨੂੰ ਅਜੇ ਮੌਕਾ ਨਹੀਂ ਮਿਲਿਆ ਜਾਂ ਕਿਸੇ ਹੋਰ ਤਰੀਕੇ ਨਾਲ ਚੱਲ ਰਿਹਾ, ਕਿਉਂਕਿ ਇਮੈਜੀਨੇਸ਼ਨ ਕਿਸੇ ਦੇ ਵਿੱਚ ਵੀ ਨਹੀਂ ਸੀਗਾ ਜੇ ਹੁੰਦਾ ਕਿ ਹੁਣ ਸਰਕਾਰ ਬਦਲਣ ਸਾਰੇ ਏਡੇ ਵੱਡੇ ਹਿਸਾਬ ਕਿਤਾਬ ਦੇਣੇ ਪੈ ਜਾਣਗੇ। ਇਹ ਤਾਂ ਕਿਸੇ ਨੇ ਸੋਚਿਆ ਨਹੀਂ ਸੀ ਕਦੇ। ਲੁਧਿਆਣੇ ਦੀ ਲੁੱਟ ਤਾਂ ਸਾਨੂੰ ਦਿਖਾਈ ਦਿੰਦੀ ਹੈ, ਬਾਕੀ ਸਾਰੇ ਜਿੰਨੇ ਵੀ ਕੱਲ ਤੁਸੀਂ ਨਾਂ ਲਏ ਸੀ ਜਿਹੜੇ, ਉਹ ਕੁਝ ਲੋਕਾਂ ਨੂੰ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੈ, ਤੇ ਮੈਂ ਕਿਹਾ ਸੀਗਾ ਵੀ ਇਹਨਾਂ ਦੀ ਜਾਨ ਨੂੰ ਖਤਰਾ ਨਹੀਂ, ਪੰਜਾਬ ਨੂੰ ਇਹਨਾਂ ਦੀ ਜਾਨ ਤੋਂ ਖਤਰਾ। ਇਹ ਲੋਕ ਸਾਰੇ ਉਹੀ ਤਾਂ ਹੈਗੇ ਆ, ਇਕੱਠੇ ਗਰੁੱਪ ਆਫ ਪੀਪਲ ਜਿੰਨੇ ਇਹ ਮਿਨਿਸਟਰ ਸੀਗੇ ਪਿੱਛੇ, ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਹੋਈ, ਕਿਸੇ ਤਰ੍ਹਾਂ ਦੀ ਮਤਲਬ ਘੱਟ ਨਹੀਂ ਕੀਤਾ। ਆਪਣੇ ਆਪਣੇ ਇਲਾਕੇ 'ਚ ਬੈਠ ਕੇ ਸਾਰੇ ਦੇ ਸਾਰੇ ਆਸ਼ੂ ਹੀ ਨੇ। ਇਹ ਨਾਮ ਇਹਨਾਂ ਦੇ ਵੱਖਰੇ ਵੱਖਰੇ ਆ, ਕਰਤੂਤਾਂ ਇਹਨਾਂ ਦੀਆਂ ਪੰਜਾਬ ਦੇ ਵਿੱਚ ਜਿੰਨੇ ਨਾਮ ਤੁਸੀਂ ਲੈ ਲਓਗੇ, ਸੁਖਜਿੰਦਰ ਰਵੇ ਵਰਗੇ, ਹੋਰ ਕੁਝ ਹੋਰ ਦਾ ਨਾਮ ਹੈ, ਭੁੱਲ ਮਾਫ ਕਰ ਦੇਣ ਨਾਮ ਲੈਣ ਤੋਂ, ਕਈ ਵਾਰੀ ਇੰਨੇ ਨਾਮ ਹੈ ਸਾਰੇ ਕਰਪਸ਼ਨ ਨਾਲ ਭਰੇ ਹੋਏ ਆ। ਤੇ ਪ੍ਰਜਿੰਦਰ ਬਾਜਵਾ ਹੈਗਾ ਸਭ ਤੋਂ ਵੱਡਾ, ਮੇਰਾ ਨਾਮ ਲਿਆ ਉਹਨੂੰ ਫੜ ਕੇ ਅੰਦਰ, ਹਾਂ, ਔਰ ਰੂਸਾ ਦੇ ਪ੍ਰੇਮੀ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਸਭ ਤੋਂ ਪਹਿਲਾਂ, ਜਿਹਨੇ ਇਹ ਖੁੱਲੇ ਛੱਡੇ ਹੋਏ ਸੀ ਖਾਣ ਵਾਸਤੇ ਗੰਦ। ਇਸ ਕਰਕੇ ਮਤਲਬ ਚੀਜ਼ਾਂ ਤਾਂ ਬਹੁਤ ਹੋਰ ਆਉਣ ਵਾਲੀਆਂ, ਪਰ ਦੇਖਦੇ ਆ ਕਿੱਥੋਂ ਤੱਕ ਜਿਹੜਾ ਹੈਗਾ ਇਹ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈਗੀ ਹੈ ਇਸ ਤਫਤੀਸ਼ ਨੂੰ ਲੈ ਕੇ ਜਾਂਦੀ। ਅਦਰਵਾਈਜ਼ ਸਭ ਤੋਂ ਪਹਿਲਾਂ ਟੱਬਰ ਜਿਹੜੇ ਵੱਡੇ ਹੈਗੇ ਆ, ਜਿਵੇਂ ਹੁਣ ਤਾਜ਼ਾ ਪਹਿਲਾਂ ਤਾਂ ਛੱਡ ਦਿੱਤਾ ਮਜੀਠੀਆ ਨੂੰ, ਪੂਰੀ ਸਰਕਾਰ ਦੀ ਮਦਦ ਨਾਲ ਛੱਡਿਆ, ਹੁਣ ਕੀ ਇਤਬਾਰ ਕਰੀਏ ਹੁਣ ਸਮੇਂ ਵਿੱਚ ਕੀ ਕਰਨਗੇ। ਉਮੀਦ ਕਰ ਸਕਦੇ ਆ ਕਿ ਫੇਅਰਲੀ ਕੁਝ ਕਰਨ। ਇਹ ਜਿਸ ਤਰ੍ਹਾਂ ਮਜੀਠੀਆ ਵਾਲੇ ਨੇ ਬੇਸ਼ਰਮੀ ਵਿਖਾਈ ਹੈ ਜੀ, ਉਸਨੇ ਜਿਹੜਾ ਕੋਈ ਰਿਕਾਰਡ ਜਿਹੜਾ ਅਵੇਲੇਬਲ ਸੀਗਾ ਉਹਦੇ ਟੇਬਲ ਤੇ ਉਹ ਨਹੀਂ ਵਿਖਾਇਆ, ਬੜੀ ਮਾੜੀ ਗੱਲ ਹੈ। ਪਰ ਜੇ ਹੁਣ ਅੱਜ ਵਾਲੇ ਮਾਮਲੇ ਵਿੱਚ ਵੀ ਅਜਿਹਾ ਕੁਝ ਕਰਨਗੇ ਤਾਂ ਸਾਹਮਣੇ ਅੱਜ ਦਿਖਾਈ ਦੇ ਜਾਊਗਾ। ਲੱਗਦਾ ਨਹੀਂ ਹੈ ਕਿ ਅੱਜ ਲੋਕ ਜਿਹੜੇ ਦੇਣ ਵਾਸਤੇ ਰਿਲੀਫ ਹੈ। ਹਾਂ, ਉਹ ਚੀਜ਼ਾਂ ਸਾਹਮਣੇ ਆਉਣ ਤੇ ਸਾਹਮਣੇ ਪਤਾ ਲੱਗਣਗੀਆਂ। ਸੁਖਵਿੰਦਰ, ਬਿਲਕੁਲ ਬਿਲਕੁਲ। ਤਾਂ ਸੇਖੋਂ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਥੈਂਕ ਯੂ। ਆਏ ਸਨ ਡੀਐਸਪੀ, ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਾਹਿਬ। ਕੁਝ ਟੈਕਨੀਕਲ ਪ੍ਰੋਬਲਮ ਥੋੜੀ ਜਿਹੀ ਆਉਂਦੀਆਂ ਰਹੀਆਂ ਨੇ, ਉਮੀਦ ਕਰਦੇ ਹਾਂ ਕਿ ਤੁਸੀਂ ਇਹਨੂੰ ਥੋੜਾ ਜਿਹਾ ਦੇਖੋਗੇ ਔਰ ਸਮਝੋਗੇ, ਕਿਉਂਕਿ ਕਈ ਵਾਰੀ ਟੈਕਨੀਕਲ ਪ੍ਰੋਬਲਮਾਂ ਕਈ ਵਾਰੀ ਸਾਡੇ ਹੱਥ ਦੇ ਵਿੱਚ ਨਹੀਂ ਹੁੰਦੀਆਂ। ਤਾਂ ਉਮੀਦ ਕਰਦੇ ਹਾਂ ਕਿ ਅੱਗੇ ਜਿਹੜੀ ਇਹੋ ਜਿਹੀ ਪ੍ਰੋਬਲਮ ਤੁਹਾਨੂੰ ਦੇਖਣ ਨੂੰ ਜਿਹੜੀ ਉਹ ਨਾ ਮਿਲੇ, ਤੇ ਉਮੀਦ ਇਹ ਵੀ ਕਰਦੇ ਹਾਂ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਊ। ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।